ਵਿੱਚ ਹੋਇਆ ਚਾਨਣਾ ਬਈ ਚੰਨ ਚੜਿਆ ਬਈ ਚੰਨ ਚੜਿਆ ਬਈ ਚੰਨ ਚੜਿਆ। ਭਾਰਤ ਦੇ ਸਦੀਆਂ ਤੋਂ ਜਾਤੀ ਸਿਸਟਮ, ਸਮਾਜਿਕ ਤੇ ਰਾਜਨੀਤਿਕ ਸਿਸਟਮ ਨੂੰ ਆਪਣੀ ਸੋਚ ਅਤੇ ਸੰਘਰਸ਼ ਨਾਲ ਉੱਤੇ ਦਾ ਥੱਲੇ ਤੇ ਥੱਲੇ ਦਾ ਉੱਤੇ ਕਰਕੇ ਰੱਖ ਦੇਣ ਵਾਲਾ ਸੀ ਮਾਨਿਆਵਰ ਸਾਹਿਬ ਕਾਂਚੀ ਰਾਮ। ਬਾਮਸੇਫ DS4 ਬਸਪਾ ਦਾ ਸੰਸਥਾਪਕ ਅਤੇ ਸਦੀਆਂ ਤੋਂ ਗੁੰਗੇ ਬੋਲੇ ਤੇ ਕੋਮਾ ਦੀ ਹਾਲਤ 'ਚ ਜਾ ਚੁੱਕੇ ਮੁਰਦਾ ਸਮਾਜ ਦੇ ਲੋਕਾਂ ਨੂੰ ਸ਼ੇਰ ਵਾਂਗ ਦਹਾੜਨ ਲਈ ਪ੍ਰੇਰਿਤ ਕਰਨ ਵਾਲਾ ਕ੍ਰਾਂਤੀਕਾਰੀ, ਇਨਕਲਾਬੀ, ਲਤਾੜੇ ਸਮਾਜ ਦਾ ਚਿੰਤਕ, ਫੌਲਾਦੀ ਹਿਰਦੇ ਵਾਲਾ, ਯੁੱਗ ਪਲਟਾਊ ਅਣਥਕ ਯੋਧਾ, ਲਤਾੜੇ ਸਮਾਜ ਦਾ ਮਹਾਨਾਇਕ ਸੀ ਸਾਹਿਬ ਸ਼੍ਰੀ ਕਾਂਚੀ ਰਾਮ, ਜਿਸ ਦੀ ਬਦੌਲਤ ਅੱਜ ਮਜ਼ਦੂਰ ਵਰਗ ਵੀ ਦੇਸ਼ ਤੇ ਰਾਜ ਭਾਗ ਦਾ ਹਿੱਸਾ ਬਣ ਰਿਹਾ ਹੈ। ਸੰਨ 1934 ਦਾ ਵਰ੍ਹਾ ਸੀ ਜਦੋਂ ਬਾਬਾ ਸਾਹਿਬ ਦਾ ਸੰਘਰਸ਼ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ। 1932 ਵਿੱਚ ਹੋਏ ਪੂਨਾ ਪੈਕਟ ਤੋਂ ਬਾਅਦ ਗੌਰਮੈਂਟ ਆਫ ਇੰਡੀਆ ਐਕਟ 1935 ਹੋਂਦ ਵਿੱਚ ਆ ਰਿਹਾ ਸੀ, ਜਿਸ ਦਿਨ ਸਦੀਆਂ ਤੋਂ ਮਾਰਿਆਂ ਨੂੰ ਕੁਝ ਸਹੂਲਤਾਂ ਮਿਲਣੀਆਂ ਸ਼ੁਰੂ ਹੋਣੀਆਂ ਸਨ। ਇਸੇ ਵਰ੍ਹੇ ਦੇ ਮਾਰਚ ਮਹੀਨੇ ਦੀ 15 ਤਾਰੀਖ ਨੂੰ ਰੋਪੜ ਜ਼ਿਲ੍ਹੇ ਦੇ ਖਵਾਸਪੁਰ ਵਿੱਚ ਮਾਤਾ ਬਿਸ਼ਨ ਕੌਰ ਅਤੇ ਪਿਤਾ ਸਰਦਾਰ ਹਰੀ ਸਿੰਘ ਦੇ ਘਰ ਜਿਸ ਬਾਲਕ ਨੇ ਜਨਮ ਲਿਆ, ਉਹੀ ਸਮਾਂ ਪਾ ਕੇ ਕਾਂਚੀ ਰਾਮ ਨਾਮੀ ਬਹੁਜਨ ਸਮਾਜ ਦਾ ਮਹਾਰਾਜਨੀਤਿਕਵਾਨ ਬਣਿਆ ਤੇ ਬਾਬਾ ਸਾਹਿਬ ਤੋਂ ਬਾਅਦ ਦੂਜਾ ਮਸੀਹਾ ਅਖਵਾਇਆ। ਕਾਂਚੀ ਰਾਮ ਨੇ ਸਰਕਾਰੀ ਕਾਲਜ ਰੋਪੜ ਤੋਂ BSc ਪਾਸ ਕਰਕੇ ਬਾਬਾ ਸਾਹਿਬ ਦੀ ਮੁੱਢਲੀ ਕਰਮ ਭੂਮੀ ਮਹਾਰਾਸ਼ਟਰ ਪੂਨੇ ਵਿੱਚ ਆਰਡੀਨੈਂਸ ਫੈਕਟਰੀ ਵਿੱਚ ਸਾਇੰਸਦਾਨ ਦੇ ਅਹੁਦੇ ਤੇ ਜਾ ਲੱਗੇ। ਕਾਂਚੀ ਰਾਮ ਨੇ ਉੱਥੇ ਕੰਮ ਕਰਦਿਆਂ ਪਹਿਲੀ ਵਾਰ DK ਖਾਪਰਕੇ ਕੋਲੋਂ ਡਾਕਟਰ ਅੰਬੇਡਕਰ ਦਾ ਨਾਮ ਸੁਣਿਆ ਸੀ। ਇਹ ਵਕਤ ਦੀਆਂ ਸਰਕਾਰਾਂ ਦੀ ਬਿਮਾਰ ਮਾਨਸਿਕਤਾ ਅਤੇ ਸੋਚੀ ਸਮਝੀ ਸੰਕੀਰਨਤਾ ਸੀ ਕਿ ਬਹੁਜਨ ਸਮਾਜ ਦੇ ਉਹਨਾਂ ਦੇ ਮਸੀਹਾ ਦੇ ਨਾਮ ਜਾਣਨ ਤੋਂ ਵੀ ਦੂਰ ਰੱਖਿਆ ਗਿਆ। ਭਾਵੇਂ ਕਾਂਚੀ ਰਾਮ ਸਕੂਲਾਂ ਕਾਲਜਾਂ ਤੋਂ ਹੁੰਦਾ ਹੋਇਆ ਨੌਕਰੀ ਵਿੱਚ ਦਾਖਲ ਹੋ ਚੁੱਕਾ ਸੀ। ਡਾਕਟਰ ਅੰਬੇਡਕਰ ਬਾਰੇ ਕਾਂਚੀ ਰਾਮ ਦੀ ਜਿਗਿਆਸਾ ਵਧੀ ਤਾਂ ਉਹਨਾਂ ਨੂੰ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਹੋਈ। ਫਿਰ ਇੱਕ ਦਿਨ ਬਾਬਾ ਸਾਹਿਬ ਦੀ ਕਿਤਾਬ ਜਾਤ ਪਾਤ ਦਾ ਬੀਜਨਾਸ਼ ਪੜ੍ਹੀ ਤਾਂ ਬਸ ਕਾਇਆ ਕਲਪ ਹੋ ਗਈ। ਇਹ ਪੁਸਤਕ ਉਹਨਾਂ ਨੇ ਲਗਾਤਾਰ 6 ਵਾਰ ਪੜ੍ਹੀ। ਬਸ ਇੱਕ ਵੱਖਰਾ ਹੀ ਯੁੱਗ ਪਲਟਾਊ ਮਨੁੱਖ ਬਣ ਕੇ ਉੱਭਰੇ। ਨੌਕਰੀ ਛੱਡ ਦਿੱਤੀ, ਘਰ-ਬਾਰ ਤਿਆਗ ਦਿੱਤਾ, ਵਿਆਹ ਦੀਆਂ ਤਿਆਰੀਆਂ ਸਨ ਉਹ ਵੀ ਸਭ ਕੁਝ ਛੱਡ ਦਿੱਤਾ, ਆਰਾਮ ਤਿਆਗ ਦਿੱਤਾ ਤੇ ਸਦੀਆਂ ਤੋਂ ਲਤਾੜਿਆਂ ਲਈ ਕੰਮ ਕਰਨ ਖਾਤਰ ਬਾਬਾ ਸਾਹਿਬ, ਜੋਤੀਬਾ ਫੂਲੇ, ਸ਼ਾਹੂ ਜੀ ਮਹਾਰਾਜ, ਨਰਾਇਣਾ ਗੁਰੂ ਤੇ ਪੀਰੀਅਰ ਵਾਲਾ ਰਾਹ ਫੜ ਲਿਆ। ਉਹਨਾਂ ਨੇ ਪ੍ਰਵਾਨ ਕਰ ਲਿਆ ਕਿ ਵਿਆਹ ਨਹੀਂ ਕਰਵਾਵਾਂਗਾ, ਜਾਇਦਾਦ ਨਹੀਂ ਬਣਾਵਾਂਗਾ ਤੇ ਕਾਰੋਬਾਰ ਵੀ ਨਹੀਂ ਬਣਾਵਾਂਗਾ। ਅੱਜ ਤੋਂ ਬਾਅਦ ਸਾਰਾ ਦੇਸ਼ ਮੇਰਾ ਘਰ ਹੋਵੇਗਾ। ਇਹ ਵਕਤ ਦੇ ਮਾਰੇ ਤੇ ਲਤਾੜੇ ਲੋਕ ਮੇਰਾ ਪਰਿਵਾਰ ਹੈ, ਜਿਨ੍ਹਾਂ ਲਈ ਮੈਂ ਜੀਣਾ ਅਤੇ ਮਰਨਾ ਹੈ। ਇਸ ਤਰ੍ਹਾਂ ਦੀਆਂ ਭਾਵਨਾਵਾਂ ਵਾਲੀ ਇੱਕ ਲੰਬੀ ਚਿੱਠੀ ਆਪਣੀ ਮਾਂ ਨੂੰ ਦੇ ਕੇ ਘਰ ਤੋਂ ਆਖਰੀ ਅਲਵਿਦਾ ਲੈ ਲਈ ਤੇ ਮੈਦਾਨ ਵਿੱਚ ਨਿੱਤਰ ਪਏ। ਸਿਰ ਉੱਚਾ ਕਰਕੇ ਕੌਮਾਂ ਦੇ ਸਰਦਾਰ ਚੱਲਿਆ ਕਰਦੇ, ਸਿਰ ਨੀਵਾਂ ਕਰਕੇ ਨਾ ਚੱਲੇ ਮੇਰੇ ਸਮਾਜ ਦੇ ਨੌਜਵਾਨੋ, ਸਿਰ ਨੀਵਾਂ ਕਰਕੇ ਕੌਮਾਂ ਦੇ ਕਿਰਦਾਰ ਚੱਲਿਆ ਕਰਦੇ। ਧਮਾਕਾ ਕੀਤਾ ਸੀ ਉੱਤਰ ਪ੍ਰਦੇਸ਼ ਅੰਦਰ ਤੇ ਦੁਨੀਆ ਸਾਰੀ ਦੀ ਸਾਰੀ ਹੈਰਾਨ ਰਹਿ ਗਈ।
ਸ਼੍ਰੀ ਰਾਮ ਨੇ ਦਿੱਲੀ ਦਾ ਤਖਤ ਤੂਲੇ ਤੇ ਝਟਕੇ ਦੇ ਵਿੱਚ ਹਿਲਾ ਦਿੱਤਾ। अपनी जिंदगी च लगभग 40 साल संघर्ष किया। 40 साल के संघर्ष का निचोड़ अज दबे कुचले इंसान की खुशहाली का कारण बनया। छुआछात का अंत होया। जिन्हां लोकां नूं मनुवादी समाज व्यवस्था के कारण पढ़ना लिखना मना सी, वो मनाही दूर हुई। जिन्हां लोकां नूं पढ़ना लिखना मना सी, उन्हां नूं पढ़न लिखण वास्ते सहूलतां मिलियां। उन्हां सहूलतां के कारण अज साडे समाज च करोड़ों ही लड़के लड़कियां कॉलेज स्कूल पढ़ रहे हैं और करोड़ों लोग पढ़ लिख कर जिंदगी चके बन रहे हैं। आज 30 लाख तो ज्यादा सेंट्रल गवर्नमेंट, स्टेट गवर्नमेंट, लोकल सब गवर्नमेंट, पब्लिक अंडरटेकिंग्स, ऑटोनमस बॉडीज, जिथे जिथे रिजर्वेशन है, आज बड़े पैमाने से शेड्यूल कास्ट, शेड्यूल ट्राइब के लोग मंडल कमीशन लागू होने तो बाद जिथे जिथे लागू होया, अदर बैकवर्ड कास्ट के लोग बड़े पैमाने से आज सानू नजर आते हैं। इस करके साथियों 40 साल लंबे संघर्ष का नतीजा अज साडे समाज के सामने है। उहदे बारे जानकार साथियों ने अपनी अपनी तरफों बहुत ख्यालात इस मंच तो रखे हैं। उन्हां नाल सहमति व्यक्त करता हुआ उन्हां ख्यालातां नूं मैं दोहराना नहीं चाहांगा। सिर्फ एक गल कहना चाहांगा कि पिछले 45 साल तो बाबा साहब अंबेडकर साडे विच नहीं है। जब तक वो जिंदा थे तब तक वो साडे समाज वास्ते संघर्ष करते थे। उन्हां दे जाण तो बाद लंबे अरसे तक संघर्ष बंद होया। खासकर महाराष्ट्र विच जिथे वो पैदा हुए, लोगों ने उन्होंने सहयोग दिता। अज महाराष्ट्र च बाबा साहब अंबेडकर नूं मनण वाले लोग बड़े पैमाने ते गांधीवादी बने। इस करके मैं महाराष्ट्र के लोगों को भी जदों मैनू महाराष्ट्र जाने का मौका मिलता है, उन्होंने भी सलाह दिंदा है कि जदों बाबा साहब जिंदा सी उस वेले इन्ना जरूरी नहीं सी उन्होंने सहयोग देना जिन्ना अज जरूरी है। जब बाबा साहब अंबेडकर साडे च नहीं है और जिहड़ा काम उन्होंने किया उसकी असीं सराहना करते हैं, उदों असीं लाभ उठाते हैं। पर जिहड़ा काम वो अधूरा छड्ड के गए हैं, साडे सामने लक्ष्य रख के गए हैं, उस लक्ष्य को कौन पूरा करेगा, इहदे बारे सोचने की गल है। बाबा साहब ने जो कुछ किया उसदे बारे नहीं, जिहड़ा उन्होंने गैर हाजिरी च सानू करना चाहिए सी अज तक असीं नहीं किया है, उसनूं कौन करेगा। इस करके साथियों जिहड़ी बाबा साहब अंबेडकर की जिम्मेवारी सी बड़े पैमाने ते उन्होंने निभाई, जिहड़ी अज साडी जिम्मेवारी है उन्होंने कौन निभाएगा।
ਇਸ ਕਰਕੇ ਸਾਥੀਓ, ਮੈਂ ਇਸ ਮੌਕੇ ਤੇ ਸਿਰਫ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ, ਉਸ ਜ਼ਿੰਮੇਵਾਰੀ ਨੂੰ ਨਿਭਾਉਣ ਵਾਸਤੇ ਸਾਨੂੰ ਆਪਣੇ ਆਪ ਨੂੰ, ਆਪਣੇ ਸਮਾਜ ਨੂੰ ਤਿਆਰ ਕਰਨਾ ਚਾਹੀਦਾ ਹੈ। ਕਾਂਚੀ ਰਾਮ ਨੇ ਆਪਣੇ ਸੰਘਰਸ਼ ਦੀ ਪੌੜੀ ਦਾ ਪਹਿਲਾ ਪੌੜਾ ਬਣਾਉਣ ਲਈ 6 ਦਸੰਬਰ 1978 ਨੂੰ ਪੜ੍ਹੇ ਲਿਖੇ ਕਰਮਚਾਰੀਆਂ ਦੀ ਸਰਬ ਭਾਰਤੀ ਸੰਸਥਾ ਪਾਲਿਸੀ ਬਣਾਈ। ਇਸ ਵਿੱਚ SC ST OBC ਤੇ ਧਾਰਮਿਕ ਘੱਟ ਗਿਣਤੀਆਂ ਦੀ ਨੌਕਰੀ ਪੇਸ਼ਾ ਲੋਕ ਸੰਗਠਿਤ ਕੀਤੇ। ਕਾਂਚੀ ਰਾਮ ਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਨੇ ਪੜ੍ਹਾਈ ਜਾਂ ਨੌਕਰੀ ਵਿੱਚ ਕਿਤੇ ਨਾ ਕਿਤੇ ਸਮਾਜ ਦੇ ਨਾਂ ਤੇ ਲਾਭ ਲਿਆ ਹੈ, ਜਿਸ ਦੇ ਇਵਜ਼ ਵਿੱਚ ਉਹਨਾਂ ਨੂੰ ਸਮਾਜ ਨੂੰ ਕੁਝ ਨਾ ਕੁਝ ਮੋੜਨਾ ਚਾਹੀਦਾ ਹੈ। ਉਹਨਾਂ ਨੇ ਇਸ ਸੰਸਥਾ ਨੂੰ ਇੱਕ ਅਲਾਦੀਨ ਦੇ ਚਿਰਾਗ ਦਾ ਨਾਮ ਦਿੱਤਾ ਸੀ ਤੇ ਕਿਹਾ ਕਿ ਪੇਂਡੂ ਸਮਾਜ ਦੇ ਨਾਂ ਤੇ ਪੈਸਾ, ਦਿਮਾਗ ਜਾਂ ਸਮਾਂ ਜਿੰਨਾ ਕੋਈ ਦੇ ਸਕਦਾ ਦੇਵੇ। ਮੈਂ ਇਸ ਨਾਲ ਹੀ ਇੱਕ ਜ਼ਬਰਦਸਤ ਲਹਿਰ ਖੜੀ ਕਰਾਂਗਾ ਤੇ ਉਹਨਾਂ ਨੇ ਕਰ ਵੀ ਦਿਖਾਈ। ਉਹਨਾਂ ਨੇ ਇਸ ਅਲਾਦੀਨ ਦੇ ਚਿਰਾਗ ਨੂੰ ਰਗੜਿਆ ਅਤੇ ਠੀਕ 3 ਸਾਲ ਬਾਅਦ 6 ਦਸੰਬਰ 1981 ਨੂੰ ਇੱਕ ਸੰਘਰਸ਼ਮਈ ਜਥੇਬੰਦੀ DS4 ਤਿਆਰ ਕੀਤੀ। ਕਿਉਂਕਿ ਬਾਮਸੇਫ ਨੌਕਰੀ ਪੇਸ਼ਾ ਲੋਕਾਂ ਦੀ ਜਥੇਬੰਦੀ ਸੀ, ਇਸ ਲਈ ਉਹਨਾਂ ਦੀ ਮਜਬੂਰੀ ਸੀ ਕਿ ਉਹ ਕੋਈ ਰਾਜਨੀਤਿਕ ਘੋਲ ਜਾਂ ਜੇਲ੍ਹ ਜਾਣ ਵਰਗਾ ਸੰਘਰਸ਼ ਨਹੀਂ ਕਰ ਸਕਦੀ। ਜਿਸ ਸਮਾਜ ਨੂੰ ਸਿਆਸਤ ਦਾ ਊੜਾ ਐੜਾ ਵੀ ਪਤਾ ਨਹੀਂ, ਕਾਂਚੀ ਰਾਮ ਨੇ ਉਹਨਾਂ ਨੂੰ ਬੱਚਿਆਂ ਵਾਂਗ ਪੜ੍ਹਾਇਆ ਕਿ ਕਿਵੇਂ ਟਿਕਟ ਬਣਾਉਣੀ ਹੈ, ਕਿਵੇਂ ਚੋਣ ਲੜਨੀ ਹੈ, ਕਿਵੇਂ ਪਾਰਟੀ ਰਜਿਸਟਰਡ ਹੁੰਦੀ ਹੈ, ਕਿਵੇਂ ਸੂਬਾ ਜਾਂ ਦੇਸ਼ ਪੱਧਰ ਦੀ ਮਾਨਤਾ ਪ੍ਰਾਪਤ ਪਾਰਟੀ ਬਣਦੀ ਹੈ, ਕਿਵੇਂ ਦੂਜੀਆਂ ਪਾਰਟੀਆਂ ਨਾਲ ਮੁੱਠਭੇੜ ਕਰਨੀ ਹੈ ਤੇ ਕਿਵੇਂ ਸਮਝੌਤੇ ਕਰਨੇ ਹਨ। ਇਹ ਨੁਕਤੇ ਸਾਹਿਬ ਕਾਂਚੀ ਰਾਮ ਨੇ ਕਲਾਸਾਂ ਲਾ ਕੇ ਸਮਾਜ ਨੂੰ ਸਮਝਾਏ। ਪਹਿਲੀ ਚੋਣ 1982 ਵਿੱਚ ਹਰਿਆਣਾ ਤੋਂ ਸ਼ੁਰੂ ਕੀਤੀ, ਜਿਸ ਵਿੱਚ ਸੀਟ ਭਾਵੇਂ ਕੋਈ ਨਹੀਂ ਜਿੱਤ ਸਕੇ, ਪਰ ਕਾਂਚੀ ਰਾਮ ਨੇ ਬਾਬਾ ਸਾਹਿਬ ਦੇ ਇਸ ਸੁਨਹਿਰੀ ਅੱਖਰ ਕੇ ਆਪਣੀਆਂ ਦੀਵਾਰਾਂ ਤੇ ਲਿਖ ਲਓ ਕਿ ਤੁਸੀਂ ਦੇਸ਼ ਦੇ ਹੁਕਮਰਾਨ ਬਣਨਾ, ਲੋਕਾਂ ਦੇ ਦਿਲਾਂ ਵਿੱਚ ਉਤਾਰ ਦਿੱਤੇ। ਤੁਸੀਂ ਇਸ ਦੇਸ਼ ਦੇ ਹੁਕਮਰਾਨ ਹੋਇਆ ਕਰਦੇ ਸੀ ਆਰੀਆ ਲੋਕਾਂ ਦੇ ਆਉਣ ਤੋਂ ਪਹਿਲਾਂ। ਅੱਜ ਬਰਾਬਰੀ ਦੇ ਵੋਟ ਦਾ ਇਸਤੇਮਾਲ ਕਰਕੇ ਤੁਸੀਂ ਫਿਰ ਇਸ ਦੇਸ਼ ਦੇ ਹੁਕਮਰਾਨ ਬਣ ਸਕਦੇ ਹੋ। ਇਸ ਕਰਕੇ ਤੁਹਾਨੂੰ ਆਪਣੇ ਆਪ ਨੂੰ ਇਸ ਦੇਸ਼ ਦੇ ਹੁਕਮਰਾਨ ਬਣਨ ਵਾਸਤੇ ਤਿਆਰ ਕਰਨਾ ਚਾਹੀਦਾ। ਇਸ ਕਰਕੇ ਸਾਥੀਓ, ਜੇ ਅਸੀਂ ਦੇਸ਼ ਦੇ ਹੁਕਮਰਾਨ ਬਣਨਾ, ਸਾਨੂੰ 272 ਮੈਂਬਰ ਪਾਰਲੀਮੈਂਟ ਜਿਤਾਣੇ ਹੋਣਗੇ। ਪਰ ਜੇ ਅਸੀਂ ਪੰਜਾਬ ਦੇ ਸੂਬੇ ਦੇ ਹੁਕਮਰਾਨ ਬਣਨਾ ਹੈ ਤਾਂ 117 ਸੀਟਾਂ ਚੋਂ ਸਿਰਫ 60 ਸੀਟਾਂ ਜਿੱਤ ਕੇ ਅਸੀਂ ਪੰਜਾਬ ਦੇ ਹੁਕਮਰਾਨ ਬਣ ਸਕਦੇ ਹਾਂ। ਸਾਹਿਬ ਕਾਂਚੀ ਰਾਮ ਜੀ ਨੇ ਲਗਭਗ ਅੱਧੀ ਸਦੀ ਬਹੁਜਨ ਸਮਾਜ ਦੇ ਉਥਾਨ ਹਿੱਤ ਲਈ ਔਖੇ ਤੋਂ ਔਖੇ ਹਾਲਾਤ ਵਿੱਚ ਭੁੱਖਿਆਂ ਰਹਿ ਕੇ ਉਹਨਾਂ ਨੇ ਦਿਨ ਰਾਤ ਸੰਘਰਸ਼ ਕੀਤਾ। ਇਸ ਦਰਮਿਆਨ ਉਹਨਾਂ ਨੇ ਲੱਖਾਂ ਹੀ ਲੋਕਾਂ ਨਾਲ ਨੇੜਤਾ ਬਣਾਈ, ਕਰੋੜਾਂ ਲੋਕਾਂ ਨੂੰ ਰਹਿਨੁਮਾਈ ਦਿੱਤੀ ਤੇ ਅਖੀਰ ਉਹ ਇੱਕ ਤਾਕਤਵਰ ਇਤਿਹਾਸਕ ਨਾਇਕ ਦੇ ਤੌਰ ਤੇ ਭਾਰਤ ਦੇ ਨਕਸ਼ੇ ਤੇ ਉੱਭਰ ਕੇ ਸਾਹਮਣੇ ਆਏ। ਜਿਹਨੇ ਬਖਸ਼ਿਆ ਮਾਨ ਨ ਮਾਣਿਆ ਨੂੰ, ਉਹਦੇ ਮਾਨ ਸਨਮਾਨ ਦੀ ਗੱਲ ਕਰੀਏ। ਉਹ ਜਿਹਨੇ ਮਿੱਟੀ ਤੋਂ ਲਾਲ ਬਣਾ ਦਿੱਤੇ ਆਓ ਭੀਮ ਭਗਵਾਨ ਦੀ ਉਹ ਗੱਲ ਕਰੀਏ। ਇੱਕ ਵਾਰ ਸਾਹਿਬ ਕਾਂਚੀ ਰਾਮ ਨੂੰ ਪੰਜਾਬ ਤੋਂ ਕੁਝ ਸਾਥੀ ਦਿੱਲੀ ਮਿਲਣ ਵਾਸਤੇ ਗਏ
ਰਾਤ ਦਾ ਵੇਲਾ ਸੀ। ਹਰਧਿਆਨ ਸਿੰਘ ਮਾਰਗ ਤੇ ਦਫ਼ਤਰ ਵਿੱਚ ਸਾਹਿਬ ਚਿੰਤਾ ਵਿੱਚ ਬੇਹੱਦ ਸੰਵੇਦਨਸ਼ੀਲ ਦੀ ਡੂੰਘਾਈ ਵਿੱਚ ਡੁੱਬੇ ਹੋਏ ਦਿਖਾਈ ਦਿੱਤੇ। ਪਰ ਸਾਹਿਬ ਨੂੰ ਇਸ ਬਾਬਤ ਪੁੱਛਣ ਦਾ ਹੌਸਲਾ ਕਿਸੇ ਵੀ ਵਰਕਰ ਦਾ ਨਾ ਪਿਆ। ਜਦ ਸਾਹਿਬ ਕੁਝ ਰਿਲੈਕਸ ਹੋਏ ਤਾਂ ਇੱਕ ਵਰਕਰ ਨੇ ਡਰਦਿਆਂ ਸਵਾਲ ਕੀਤਾ, ਸਾਹਿਬ ਜੀ ਬੜੇ ਚਿੰਤਤ ਨਜ਼ਰ ਆ ਰਹੇ ਹੋ, ਕੀ ਗੱਲ ਸੁੱਖ ਸ਼ਾਂਤਾ ਹੈ? ਤਾਂ ਸਾਹਿਬ ਨੇ ਜਵਾਬ ਦਿੱਤਾ, ਮੈਨੂੰ ਦਿਨ ਰਾਤ ਦੋ ਮਹਾਪੁਰਸ਼ ਟਿਕਣ ਨਹੀਂ ਦਿੰਦੇ। ਉਹ ਮੇਰੀ ਜਾਨ ਨੂੰ ਤੋੜ ਕੇ ਖਾਈ ਜਾ ਰਹੇ ਹਨ। ਇੱਕ ਡਾਕਟਰ ਅੰਬੇਡਕਰ ਤੇ ਦੂਜੇ ਗੁਰੂ ਰਵਿਦਾਸ। ਡਾਕਟਰ ਅੰਬੇਡਕਰ ਪਾਰਲੀਮੈਂਟ ਵੱਲ ਮੈਨੂੰ ਉਂਗਲ ਦਾ ਇਸ਼ਾਰਾ ਕਰਕੇ ਕਹਿ ਰਹੇ ਹਨ, ਜੋ ਮਰਜ਼ੀ ਕਰ, ਕਿਸੇ ਤਰ੍ਹਾਂ ਵੀ ਕਰ, ਬਸ ਇਸ ਤੇ ਕਬਜ਼ਾ ਕਰ। ਤੇ ਦੂਸਰਾ ਗੁਰੂ ਰਵਿਦਾਸ ਮੈਨੂੰ ਕਹਿ ਰਹੇ ਹਨ ਕਿ ਸੰਸਦ ਤੇ ਕਬਜ਼ਾ ਕਰਕੇ ਸੱਤਾ ਹਾਸਲ ਕਰ, ਜੇ ਪੂਰੇ ਮੁਲਕ 'ਚ ਬੇਗਮਪੁਰਾ ਵਸਾਉਣਾ। ਮੈਂ ਦਿਨ ਰਾਤ ਚਿੰਤਾ ਵਿੱਚ ਡੁੱਬਿਆ ਇਹੀ ਸੋਚਦਾ ਹਾਂ ਕਿ ਕਾਂਚੀ ਰਾਮ ਤੋਂ ਬਿਨਾਂ ਇਹ ਕੰਮ ਹੋਰ ਕੌਣ ਕਰੂ। ਇਹਨਾਂ ਮਹਾਪੁਰਸ਼ਾਂ ਦੀ ਜ਼ਿੰਮੇਵਾਰੀ ਕਾਂਚੀ ਰਾਮ ਨੇ ਆਪਣੇ ਮੋਢਿਆਂ ਤੇ ਲਈ ਹੋਈ ਹੈ। ਜਿੰਨਾ ਚਿਰ ਤੱਕ ਮੇਰੀ ਜ਼ਿੰਦਗੀ ਹੈ, ਜ਼ਿੰਦਗੀ ਦੇ ਆਖਰੀ ਸਾਹ ਤੱਕ ਮੈਂ ਆਪਣੀ ਇਸ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਾਂਗਾ। ਇਸ ਲਈ ਮੈਨੂੰ ਬੇਸ਼ੱਕ ਕਿੰਨੀ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਆਪਣੀ ਵਿਗਿਆਨ ਦੀ ਪੜ੍ਹਾਈ ਸਾਹਿਬ ਕਾਂਚੀ ਰਾਮ ਜੀ ਨੇ ਇੰਨੀ ਦਿਲ ਲਾ ਕੇ ਕੀਤੀ ਸੀ ਕਿ ਆਪਣੀ ਵਿਗਿਆਨ ਵਾਲੀ ਨੌਕਰੀ ਛੱਡਣ ਮਗਰੋਂ ਵੀ ਉਹ ਬਹੁਜਨ ਸਮਾਜ ਨੂੰ ਸਮਝਾਉਣ ਲਈ ਵਿਗਿਆਨਕ ਤਰੀਕੇ ਨਾਲ ਫਾਰਮੂਲੇ ਘੜਦੇ ਰਹੇ। ਇਹਨਾਂ ਐਕਸਪੈਰੀਮੈਂਟਾਂ ਤੇ ਵਿਸਫੋਟਕ ਦਾ ਇਹੀ ਨਤੀਜਾ ਰਿਹਾ ਕਿ ਖੜੋਤ ਦੀਆਂ ਕੰਧਾਂ ਟੁੱਟਦੀਆਂ ਗਈਆਂ ਤੇ ਬਹੁਜਨ ਸਮਾਜ ਦੇ ਅੱਗੇ ਵਧਣ ਦੇ ਰਸਤੇ ਖੁੱਲ੍ਹਦੇ ਗਏ। ਸੰਨ 1947 ਮਗਰੋਂ ਪਹਿਲੀ ਵਾਰ ਬਹੁਜਨ ਸਮਾਜ ਇਸ ਨਵੀਂ ਰੋਸ਼ਨੀ ਵਿੱਚ ਦੇਖ ਸਕਿਆ ਕਿ ਕਿੰਜ ਅਸੀਂ ਵੀ ਸੱਤਾ ਦੇ ਵਿਹੜੇ ਵਿੱਚ ਘੁੰਮ ਸਕਦੇ ਹਾਂ, ਉਹ ਵੀ ਬਹੁਜਨੀ ਹੈਸੀਅਤ ਦੇ ਨਾਲ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਾਣ ਤੋਂ ਬਾਅਦ ਦਲਿਤ ਸਮਾਜ ਨੂੰ ਪਿਆ ਘਾਟਾ ਇੱਕ ਦਹਾਕੇ ਬਾਅਦ ਹੀ ਕਾਂਚੀ ਰਾਮ ਨੇ ਭਰਨ ਦਾ ਬੀੜਾ ਚੁੱਕਿਆ। ਉਸ ਵੇਲੇ ਕਿਸੇ ਨੂੰ ਚੇਤੇ ਵੀ ਨਹੀਂ ਸੀ ਕਿ ਇੰਨਾ ਵੱਡਾ ਸੁਪਨਾ ਲੈਣ ਵਾਲਾ ਇਹ ਇੱਕ ਮਾਮੂਲੀ ਇਨਸਾਨ ਇੰਨਾ ਕੁਝ ਕਰ ਸਕਣ ਦੀ ਸਮਰੱਥਾ ਵੀ ਰੱਖਦਾ ਹੈ। ਪਰ ਸਮੇਂ ਨੇ ਵੇਖਿਆ ਕਿ ਇੱਕ ਇਨਸਾਨ ਨੇ ਆਪਣੀ ਵਧੀਆ ਨੌਕਰੀ ਦਾ ਤਿਆਗ ਕਰਕੇ ਦਰਵੇਸ਼ਾਂ ਵਾਲੇ ਭੇਸ ਵਿੱਚ ਸੜਕਾਂ ਗਲੀਆਂ ਮੁਹੱਲਿਆਂ 'ਚ ਘੁੰਮ ਕੇ ਲੋਕਾਂ ਨੂੰ ਸਮਝਾਇਆ ਬੁਝਾਇਆ, ਤਿਆਰ ਕਰਦਿਆਂ ਸੱਚਮੁੱਚ ਇੱਕ ਦਿਨ ਬਦਲਾਅ ਲਿਆ ਦਿੱਤਾ। ਸਦੀਆਂ ਤੋਂ ਸਥਾਪਿਤ ਕਹਿੰਦੇ ਕਹਾਉਂਦੇ ਖਾਨਦਾਨੀ ਸਿਆਸਤਦਾਨ ਤੇ ਪੂੰਜੀਪਤੀ ਸਾਹਿਬ ਕਾਂਚੀ ਰਾਮ ਤੋਂ ਭੈ ਖਾਣ ਲੱਗ ਪਏ। ਸਾਰਿਆਂ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਇਹ ਕੌਣ ਹੈ ਜੋ ਸਦੀਆਂ ਤੋਂ ਸਤਾਏ ਨਪੀੜੇ ਲੁੱਟੇ ਕਸੁੱਟੇ ਬਚਿਆ ਖੁਚਿਆ ਖਾਣ ਤੇ ਪਹਿਨਣ ਵਾਲੇ ਅੱਧੇ ਅਧੂਰੇ ਜਾਨਵਰ ਸਮਾਨ ਮਨੁੱਖਾਂ ਨੂੰ ਰਾਜ ਗੱਦੀ ਤੇ ਬਿਠਾਉਣਾ ਚਾਹੁੰਦਾ ਹੈ। ਸਾਰੇ ਮਾਇਆਧਾਰੀ ਜਾਤ ਹੰਕਾਰੀ ਸਿਆਸਤਦਾਨ ਇਕੱਠੇ ਹੋ ਗਏ, ਪਰ ਇਸ ਖਾਲੀ ਹੱਥ ਖਾਲੀ ਜੇਬ ਦਿਨ ਰਾਤ ਪੈਦਲ ਜਾਂ ਸਾਈਕਲ ਤੇ ਚਲਾਉਂਦੇ ਇਨਸਾਨ ਦੇ ਪੈਦਾ ਕੀਤੇ ਤੂਫਾਨ ਅੱਗੇ ਇਹ ਕੱਖ ਕੰਡੇ ਵਾਂਗ ਉੱਡਦੇ ਨਜ਼ਰ ਆਏ।
ਸਾਹਿਬ ਸ਼੍ਰੀ ਕਾਂਚੀ ਰਾਮ ਨੂੰ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸਨ 1980 ਜੂਨ ਦਾ ਤਪਦਾ ਮਹੀਨਾ ਸੀ। ਸਾਹਿਬ ਸ਼੍ਰੀ ਕਾਂਚੀ ਰਾਮ ਲੁਧਿਆਣਾ ਦੇ ਬੱਸ ਅੱਡੇ ਤੇ ਉਤਰੇ। ਉੱਥੋਂ ਉਹਨਾਂ ਨੇ ਆਪਣੇ ਸਾਥੀ ਦੇ ਘਰ ਜਾਣਾ ਸੀ। ਪੈਂਡਾ 3 ਕਿਲੋਮੀਟਰ ਦਾ ਸੀ। ਕਾਂਚੀ ਰਾਮ ਜੀ ਨੇ ਰਿਕਸ਼ੇ ਵਾਲੇ ਨੂੰ ਜਾਣ ਵਾਸਤੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ 5 ਰੁਪਏ ਲਵਾਂਗਾ। ਸਾਹਿਬ ਕਹਿੰਦੇ ਮੇਰੇ ਕੋਲ ਤਾਂ ਸਿਰਫ 8 ਆਨੇ ਜਾਣੀ 50 ਪੈਸੇ ਨੇ। ਤਾਂ ਉਸ ਰਿਕਸ਼ੇ ਵਾਲੇ ਨੇ ਪੂਰੀ ਗੱਲ ਵੀ ਨਾ ਸੁਣੀ, ਹੋ ਗਿਆ ਤੇ ਹੋ ਗਿਆ। 4-5 ਹੋਰ ਰਿਕਸ਼ੇ ਵਾਲਿਆਂ ਨੂੰ ਜਾਣ ਵਾਸਤੇ ਕਿਹਾ, ਪਰ ਇੰਨੇ ਪੈਸਿਆਂ 'ਚ ਜਾਣ ਵਾਸਤੇ ਕੋਈ ਵੀ ਨਾ ਮੰਨਿਆ। ਹਾਰ ਕੇ ਸਾਹਿਬ ਨੇ ਤਪਦੀ ਦੁਪਹਿਰ ਨੂੰ ਪੈਦਲ ਤੁਰਨ ਦਾ ਫੈਸਲਾ ਕਰ ਲਿਆ। ਹਾਲੇ ਸਾਹਿਬ 20 ਕਦਮ ਤੇ ਹੀ ਤੁਰੇ ਸਨ ਕਿ ਉਹਨਾਂ ਦੇ ਪੈਰਾਂ ਵਿੱਚ ਪਾਈ ਹੋਈ ਕੈਂਚੀ ਚੱਪਲ ਦਾ ਸਟੈਪਲ ਟੁੱਟ ਗਿਆ। ਸਾਹਿਬ ਨੇ ਸੋਚਿਆ ਕਿ ਹੁਣ ਕੀ ਕਰਾਂ, ਜੇ ਪਰਛਾਵਾਂ ਢਲਣ ਦੀ ਉਡੀਕ ਕੀਤੀ ਤਾਂ ਹੋਰ ਲੇਟ ਹੋ ਜਾਵਾਂਗਾ, ਕਿਉਂਕਿ ਭੁੱਖ ਪਿਆਸ ਨਾਲ ਪੇਟ ਦੀਆਂ ਅੰਦਰਾਂ ਨੂੰ ਵੀ ਚੀਜ਼ ਪੈ ਰਹੀ ਸੀ। ਹਾਰ ਕੇ ਸਾਹਿਬ ਨੇ ਨੰਗੇ ਪੈਰੀ ਤੁਰਨ ਦਾ ਹੌਸਲਾ ਕਰ ਲਿਆ। ਜਦ ਸਾਹਿਬ ਵਰਕਰ ਦੇ ਘਰ ਤੋਂ ਮਹਿਜ਼ 100 ਗਜ਼ ਦੀ ਦੂਰੀ ਤੇ ਸੀ ਤਾਂ ਸੜਕ ਜ਼ਿਆਦਾ ਗਰਮ ਹੋਣ ਕਰਕੇ ਤਪ ਕੇ ਦੂਸਰੀ ਚੱਪਲ ਦਾ ਸਟੈਬਲ ਵੀ ਟੁੱਟ ਗਿਆ। ਸਾਹਿਬ ਨੇ ਨੇੜੇ ਲੰਘਦੇ ਰਿਕਸ਼ੇ ਵਾਲੇ ਨੂੰ ਕਿਹਾ ਉਹ ਘਰ ਤੱਕ ਜਾਣਾ ਹੈ। ਰਿਕਸ਼ੇ ਵਾਲੇ ਨੇ ਕਿਹਾ 1.5 ਰੁਪਇਆ ਲੱਗੂਗਾ। ਤਾਂ ਸਾਹਿਬ ਨੇ ਜੇਬ ਵਿੱਚ 8 ਆਨੇ ਵੇਖ ਦੇਖਿਆ ਤਾਂ ਰਿਕਸ਼ੇ ਵਾਲੇ ਦੀ ਗੱਲ ਦਾ ਜਵਾਬ ਦੇਣਾ ਬਿਹਤਰ ਨਾ ਸਮਝਿਆ। ਹਾਰ ਕੇ ਉਹਨਾਂ 100 ਗਜ਼ ਦੀ ਦੂਰੀ ਵੀ ਨੰਗੇ ਪੈਰੀ ਤੈਅ ਕਰਨੀ ਬਿਹਤਰ ਹੀ ਸਮਝੀ। ਗਰਮੀ ਨਾਲ ਹੋਈ ਬੁਰੀ ਹਾਲਤ ਦੇਖ ਕੇ ਵਰਕਰ ਨੇ ਕਿਹਾ ਸਾਹਿਬ ਜੀ ਮੈਨੂੰ ਫੋਨ ਕਰ ਦਿੰਦੇ, ਮੈਂ ਬੱਸ ਸਟੈਂਡ ਤੋਂ ਖੁਦ ਲੈ ਆਉਂਦਾ। ਤਾਂ ਸਾਹਿਬ ਨੇ ਵਿਅੰਗਮਈ ਸ਼ਬਦ ਵਿੱਚ ਕਿਹਾ ਕਿ ਰਸਤੇ 'ਚ ਟੈਲੀਫੋਨ ਕਿਹੜਾ ਦਰਖਤਾਂ ਤੇ ਟੰਗੇ ਹੋਏ ਸੀ ਜਿਹੜਾ ਮੈਂ ਲਾ ਕੇ ਤੈਨੂੰ ਕਰ ਦਿੰਦਾ। ਨਾਲੇ ਜੇਬ 'ਚ ਤਾਂ ਜੇ ਪੈਸੇ ਹੁੰਦੇ ਤਾਂ ਰਿਕਸ਼ਾ ਕਰਕੇ ਨਾ ਆ ਜਾਂਦਾ, ਹੱਥ 'ਚ ਟੁੱਟੀਆਂ ਚੱਪਲਾਂ ਫੜ ਕੇ ਪੈਦਲ ਕਿਉਂ ਆਉਂਦਾ। ਉਸ ਤੋਂ ਬਾਅਦ ਸਾਹਿਬ ਨੇ ਚਾਹ ਪਾਣੀ ਪੀਤਾ ਤੇ ਦੂਸਰੇ ਦਿਨ ਦੀ ਰੱਖੀ ਗਈ ਮੀਟਿੰਗ ਦੀ ਰੂਪ ਰੇਖਾ ਵਿੱਚ ਰੁੱਝ ਗਏ। ਸਾਹਿਬ ਕਾਂਚੀ ਰਾਮ ਜੀ ਕਿਹਾ ਕਰਦੇ ਸਨ ਕਿ ਮੈਂ ਜਿਹੜੀ ਵੀ ਸੰਸਥਾ ਖੜੀ ਕਰਾਂਗਾ ਉਸ ਵਿੱਚ ਡੈਮੋਕ੍ਰੇਸੀ ਤੋਂ ਵੀ ਵਧੀਆ ਤੇ ਹੱਦ ਦਰਜੇ ਦੀ ਪਾਰਦਰਸ਼ੀ ਹੋਵੇਗੀ। ਪਰ ਸਵਾਲ ਇਹ ਉੱਠ ਰਿਹਾ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਨਾ ਵਿਕਣ ਵਾਲੇ ਨੇਤਾ ਪੈਦਾ ਕਰਨਾ ਚਾਹੁੰਦਾ ਹਾਂ, ਪਰ ਜੇ ਕਿਤੇ ਇੱਕ ਦਿਨ ਖੁਦ ਕਾਂਚੀ ਰਾਮ ਹੀ ਵਿਕ ਗਿਆ ਫਿਰ ਇਸ ਮੂਵਮੈਂਟ ਦਾ ਕੀ ਬਣੇਗਾ। ਸਾਹਿਬ ਦਾਰਸ਼ਨਿਕ ਲਹਿਜ਼ੇ 'ਚ ਬੋਲਦਿਆਂ ਆਖਣ ਲੱਗੇ ਤੁਸੀਂ ਮੰਨ ਲਓ ਕਿ ਚਲੋ ਇੱਕ ਦਿਨ ਕਾਂਚੀ ਰਾਮ ਹੀ ਵਿਕ ਗਿਆ, ਕਿਉਂਕਿ ਇੱਥੇ ਹਰ ਬੰਦਾ ਹੀ ਵਿਕਾਊ ਹੈ, ਪਰ ਕਾਂਚੀ ਰਾਮ ਦੀ ਆਪਣੀ ਕੋਈ ਕੀਮਤ ਹੈ। ਯਾਦ ਰੱਖਿਓ ਕਾਂਚੀ ਰਾਮ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਘੱਟ ਕਦੇ ਵਿਕਣ ਵਾਸਤੇ ਸੋਚ ਵੀ ਨਹੀਂ ਸਕਦਾ। ਜੇ ਤੁਹਾਨੂੰ ਇਸ ਕੀਮਤ ਤੋਂ ਘੱਟ ਕਦੇ ਵੀ ਕਾਂਚੀ ਰਾਮ ਦੇ ਵਿਕਣ ਦੀ ਕੰਸੋ ਮਿਲੀ ਤਾਂ ਤੁਹਾਡੀ ਤਿਆਰੀ ਇੰਨੀ ਹੋਣੀ ਚਾਹੀਦੀ ਹੈ ਕਿ ਮੱਖਣ ਚੋਂ ਜਿਵੇਂ ਵਾਲ ਕੱਢੀ ਦਾ ਇਸ ਤਰ੍ਹਾਂ ਕਾਂਚੀ ਰਾਮ ਨੂੰ ਮੂਵਮੈਂਟ ਚੋਂ ਬਾਹਰ ਕੱਢ ਕੇ ਰੱਖ ਦਿਓ, ਪਰ ਮੂਵਮੈਂਟ ਨੂੰ ਆਂਚ ਨਹੀਂ ਆਉਣੀ ਚਾਹੀਦੀ, ਕਿਉਂਕਿ ਜਿੰਨਾ ਇਸ ਮੂਵਮੈਂਟ ਤੇ ਕਾਂਚੀ ਰਾਮ ਦਾ ਹੱਕ ਹੈ ਇੰਨਾ ਹੀ ਤੁਹਾਡਾ ਵੀ ਹੈ। ਸ਼ਾਹੀ ਜਹਾਨ ਵਿੱਚ ਆਏ ਕਰਦੇ ਕੀਤੀ ਨੇਕ ਕਮਾਈ ਤਾਂ ਸ਼ੁਕਰਾਨ। ਬੜੇ ਬੜੇ ਅਵਤਾਰ ਵੀ ਬੁਰਾ ਆਖਦੇ ਸੀ, ਕੀਤੀ ਹਰ ਇੱਕ ਨਾਲ ਭਲਾਈ ਤਾਂ ਸ਼ੁਕਰਾਂ ਨੇ। ਹੋ ਸੀਤਾ ਸਤੀ ਰਾਵਣ ਨਾਲ ਚਲੀ ਗਈ ਸੀ, ਆਪਣੀ ਲੰਕਾ ਜਲਾਹੀ ਤਾਂ ਸ਼ੂਦਰਾਂ ਨੇ। ਦਿੱਤਾ ਦੇਸ ਨਿਕਾਲਾ ਜਦੋਂ ਰਾਮ ਨੇ ਸੀਤਾ ਗਰਭਵਤੀ ਨੂੰ, ਤੇ ਸੀਤਾ ਚਰਨੀ ਲਗਾਈ ਤਾਂ ਸ਼ੂਦਰਾਂ ਨੇ। ਪੰਪਾ ਸਰ ਵਿੱਚ ਜਦੋਂ ਭੰਗੜਾ ਪਏ ਕੀੜੇ, ਉਹਦੀ ਕੀਤੀ ਸੁਫਾਹੀ ਤਾਂ ਸ਼ੂਦਰਾਂ ਨੇ। ਗੰਗਾ ਕਰੋੜਾਂ ਰੁਪਈਆ ਨਹੀਂ ਕਦੀ ਕਿਸੇ ਤੋਂ ਲੈ ਸਕਦੀ, ਦਮੜੀ ਹੱਥ ਫੜਾਈ ਤਾਂ ਸ਼ੂਦਰਾਂ ਨੇ। ਘੋੜੇ ਰੋਈਂਦੇ ਡੋਬੇ ਸੀ ਵਿੱਚ ਪਾਣੀ, ਤੇ ਭਾਰੀ ਪੱਥਰੀ ਤਰਾਈ ਤਾਂ ਸ਼ੂਦਰਾਂ ਨੇ। ਜਦੋਂ ਪੰਡਤਾਂ ਨੇ ਪੁੱਠੇ ਪੈਰ ਚੱਕੇ
का उल्टी चलाई ता शुभरा ने कई 10वें बादशाह सिखी की जदों नी लगी करा खान वाले दौड़ गए होते ने हिक नाल लाई ता शुभरा ने कई चमकौर जदों जंग होई की डट के लड़ाई ता शुभरा ने 9वें पुराना कंदनी चौक विचों जाके सीस लिया ता शुभरा ने हरमंदर साहब उत्ते मस्से रंगड़ ने जदों अट चक्की ओदी अलख मकाई ता शुभरा ने बई मनु स्मृति पंडित कहंदे बह माता हथी आप जलाई ता अंबेडकर ने मनु स्मृति पंडित कहंदे बह माता हथी आप जलाई ता अंबेडकर ने हो जदों साडा मुल्क आजाद होया ते नवां संविधान बनाया ता शुभरा ने 1 नवंबर 2001 ਦੀ ਗੱਲ ਹੈ। ਵਾਲਮੀਕ ਤੀਰਥ ਅਸਥਾਨ ਅੰਮ੍ਰਿਤਸਰ ਵਿਖੇ ਸਾਹਿਬ ਕਾਂਚੀ ਰਾਮ ਜੀ ਮਜ਼੍ਹਬੀ ਵਾਲਮੀਕੀ ਸੰਮੇਲਨ ਦੇ ਬੈਨਰ ਹੇਠ ਬਹੁਜਨ ਸਮਾਜ ਪਾਰਟੀ ਦੇ ਸੱਦੇ ਤੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸ਼ੁਭ ਮੌਕੇ ਤੇ ਸਾਹਿਬ ਨੇ 4 ਲੱਖ ਤੋਂ ਵੀ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਮਾਰਾਂ ਨੇ ਡਾਕਟਰ ਅੰਬੇਡਕਰ ਨੂੰ ਆਪਣਾ ਆਦਰਸ਼ ਮੰਨਿਆ ਤੇ ਉਸ ਨੂੰ ਸਮਝਿਆ ਵੀ ਤੇ ਇਸ ਕਰਕੇ ਚਮਾਰ ਅੱਗੇ ਵਧੇ ਤੇ ਤਰੱਕੀ ਕੀਤੀ। ਚਮਾਰ ਅਫਸਰ ਬਣੇ, ਚਮਾਰ ਮਿਨਿਸਟਰ ਬਣੇ, ਇੱਥੋਂ ਤੱਕ ਕਿ ਚਮਾਰ ਮੁੱਖ ਮੰਤਰੀ ਵੀ ਬਣੇ। ਇਹ ਸਭ ਸਿਰਫ ਡਾਕਟਰ ਅੰਬੇਡਕਰ ਦੀ ਬਦੌਲਤ ਹੋਇਆ। ਦੂਸਰੇ ਪਾਸੇ ਮਜ਼੍ਹਬੀ ਵਾਲਮੀਕੀਆਂ ਨੇ ਗਾਂਧੀ ਨੂੰ ਅਪਣਾਇਆ। ਵਾਲਮੀਕੀ ਸਮਾਜ ਦੇ ਸਭ ਤੋਂ ਵੱਧ ਪਛੜਨ ਦਾ ਕਾਰਨ ਗਾਂਧੀ ਹੀ ਹੈ, ਕਿਉਂਕਿ ਤੁਸੀਂ ਗਾਂਧੀ ਨੂੰ ਦਿੱਲੀ ਦੇ ਬਿਰਲਾ ਮੰਦਿਰ 'ਚ ਝਾੜੂ ਮਾਰਦਾ ਦੇਖ ਲਿਆ ਤੇ ਇਸੇ ਕਰਕੇ ਤੁਸੀਂ ਲੋਕ ਉਸ ਝਾੜੂ ਨੂੰ ਮਾਰਨ ਵਾਲੇ ਦੇ ਪਿੱਛੇ ਲੱਗ ਤੁਰੇ। ਦੂਸਰਾ, ਜਦ ਡਾਕਟਰ ਅੰਬੇਡਕਰ ਦਾ ਇਸ ਮੁਲਕ 'ਚ ਅੰਦੋਲਨ ਚੱਲ ਰਿਹਾ ਸੀ ਤਾਂ ਗਾਂਧੀ ਨੇ ਵਾਲਮੀਕੀਆਂ ਨੂੰ ਭਰਵਾਉਣ ਵਾਸਤੇ ਇਹਨਾਂ ਦੇ ਮੁਹੱਲਿਆਂ 'ਚ ਵੀ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ। ਜਦ ਕਿ ਗਾਂਧੀ ਦੀ ਸੋਚ ਸੀ ਮੋਚੀ ਦਾ ਪੁੱਤ ਮੋਚੀ, ਘਾਈ ਦਾ ਪੁੱਤ ਘਾਈ, ਸਫਾਈ ਸੇਵਕਾਂ ਦਾ ਪੁੱਤ ਸਫਾਈ ਸੇਵਕ ਹੀ ਹੋਣਾ ਚਾਹੀਦਾ ਹੈ। ਤੁਸੀਂ ਡਾਕਟਰ ਅੰਬੇਡਕਰ ਦੇ ਹੱਥ 'ਚ ਫੜੀ ਹੋਈ ਕਲਮ ਨਹੀਂ ਦੇਖੀ, ਤੁਸੀਂ ਗਾਂਧੀ ਦੇ ਹੱਥ 'ਚ ਫੜਿਆ ਝਾੜੂ ਦੇਖ ਲਿਆ। ਜੇ ਤੁਸੀਂ ਚਮਾਰਾਂ ਵਾਂਗੂ ਡਾਕਟਰ ਅੰਬੇਡਕਰ ਦੇ ਹੱਥ 'ਚ ਫੜੀ ਕਲਮ ਦੇਖੀ ਹੁੰਦੀ ਤਾਂ ਅੱਜ ਤੁਹਾਡੀ ਵੀ ਮੁਲਕ ਦੇ ਵਿੱਚ ਵੱਖਰੀ ਪਹਿਚਾਣ ਹੋਣੀ ਸੀ। 1982 ਦੀ ਗੱਲ ਹੈ। ਸਾਹਿਬ ਸ਼੍ਰੀ ਕਾਂਚੀ ਰਾਮ ਜੀ ਆਪਣੇ ਸਾਥੀਆਂ ਦੇ ਨਾਲ ਵਾਹਗਾ ਬਾਰਡਰ ਸ਼ਾਮ ਦੀ ਪਰੇਡ ਦੇਖਣ ਗਏ। ਸਾਹਿਬ ਨੇ ਪਰੇਡ ਤਾਂ ਘੱਟ ਵੱਧ ਹੀ ਦੇਖੀ, ਪਰ ਉਹ ਉੱਥੇ ਲੋਕਾਂ ਨਾਲ ਜ਼ਿਆਦਾਤਰ ਮੁਲਕ ਨੂੰ ਤੇ ਦੱਬੇ ਕੁਚਲੇ ਸਮਾਜ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਬੜੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। ਸਾਹਿਬ ਦੀਆਂ ਗੱਲਾਂ ਸੁਣ ਕੇ ਪਾਕਿਸਤਾਨੀ ਰੇਂਜਰ ਕਹਿਣ ਲੱਗੇ, ਸਰ ਜੀ ਸਾਡੇ ਪਾਕਿਸਤਾਨ ਵੀ ਗੇੜਾ ਮਾਰੋ। ਤਾਂ ਸਾਹਿਬ ਕਹਿਣ ਲੱਗੇ, ਪਹਿਲਾਂ ਮੈਨੂੰ ਆਪਣੇ ਮੁਲਕ 'ਚ ਦੱਬੇ ਕੁਚਲੇ ਸਮਾਜ ਦਾ ਸੁਧਾਰ ਕਰ ਲੈਣ ਦਿਓ, ਫਿਰ ਪਾਕਿਸਤਾਨ ਵੀ ਆਵਾਂਗਾ। ਫਿਰ ਸਾਹਿਬ ਭਾਵੁਕ ਹੋ ਕੇ ਬੋਲੇ, ਸੱਜਣਾ ਪਾਕਿਸਤਾਨ ਤਾਂ ਕੀ, ਮੈਂ ਦੱਬੇ ਕੁਚਲੇ ਸਮਾਜ ਨੂੰ ਜਾਗਰਤ ਕਰਨ ਦੇ ਲਈ ਦੁਨੀਆ ਦੇ ਹਰ ਕੋਨੇ ਵਿੱਚ ਜਾਣ ਲਈ ਤਿਆਰ ਹਾਂ। ਇੰਨਾ ਸੁਣਦਿਆਂ ਹੀ ਪਾਕਿਸਤਾਨ ਰੇਂਜਰ ਦੀਆਂ ਅੱਖਾਂ ਨਮ ਹੋ ਗਈਆਂ। ਸਾਹਿਬ ਕਾਂਚੀ ਰਾਮ ਜੀ ਕੀ ਨਹੀਂ ਸਨ। ਬਹੁਜਨ ਸਮਾਜ ਨੂੰ ਬ੍ਰਾਹਮਣਵਾਦ ਦੇ ਸ਼ਿਕੰਜੇ 'ਚੋਂ ਕੱਢਣ ਲਈ ਸਮੇਂ ਨੇ ਜੋ ਮੰਗ ਰੱਖੀ, ਕਾਂਚੀ ਰਾਮ ਜੀ ਉਹੀ ਹੋ ਗਏ। ਸਾਹਮਣੇ ਖੜੀਆਂ ਚੁਣੌਤੀਆਂ ਹੋਣ ਜਾਂ ਉਹਨਾਂ ਪਿੱਛੇ ਕਾਰਨ ਲੱਭਣ ਲਈ ਗੱਲ ਹੋਵੇ, ਉਹ ਅੱਵਲ ਨੰਬਰ ਦੇ ਖੋਜੀ ਭਾਵ ਰਿਸਰਚ ਬਣੇ। ਲੋਕਾਂ ਨੂੰ ਜੋੜਨ ਦੀ ਗੱਲ ਆਈ ਤਾਂ ਕਮਾਲ ਦੇ ਸੰਗਠਨ ਕਰਤਾ ਬਣੇ। ਲਤਾੜਿਆਂ ਵਿੱਚ ਜੋਸ਼ ਦਾ ਵੇਗ ਪੈਦਾ ਕਰਨ ਲਈ ਵੱਡੇ ਮੋਟੀਵੇਟਰ ਬਣੇ। ਬ੍ਰਾਹਮਣਵਾਦੀ ਵਿਵਸਥਾ ਦੇ ਸਾਹਮਣੇ ਆਪਣਾ ਮੀਡੀਆ ਖੜਾ ਕਰਨ ਦੀ ਲੋੜ ਪਈ ਤਾਂ ਅੱਵਲ ਦਰਜੇ ਦੇ ਰਾਜਨੇਤਾ ਬਣੇ। ਜਿੱਥੇ ਕਿਧਰੇ ਬ੍ਰਾਹਮਣਵਾਦੀ ਧੌਂਸ ਦਿਸੀ,
ਉੱਥੇ ਇੱਕ ਯੋਧੇ ਵਾਂਗ ਭਿੜ ਗਏ। ਕਾਂਚੀ ਰਾਮ ਜੀ ਬੜੇ ਦਲੇਰ ਸਨ, ਸਿੱਧਾ ਬ੍ਰਾਹਮਣਵਾਦ ਨੂੰ ਲਲਕਾਰਦੇ ਸਨ। ਸਾਹਿਬ ਕਾਂਚੀ ਰਾਮ ਹੁਣ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਹੈ, ਉਹ ਇੱਕ ਲਹਿਰ, ਇੱਕ ਇਨਕਲਾਬ, ਇੱਕ ਜਾਗਰਤੀ, ਇੱਕ ਸੰਘਰਸ਼ ਦਾ ਪ੍ਰਤੀਕ ਬਣ ਚੁੱਕਿਆ ਹੈ। ਜ਼ਿਲ੍ਹਾ ਰੋਪੜ ਦੇ ਇੱਕ ਛੋਟੇ ਜਿਹੇ ਪਿੰਡ ਖਵਾਸਪੁਰੇ ਤੋਂ ਉੱਠ ਕੇ ਸਾਧਨਹੀਨ ਹੋਣ ਦੇ ਬਾਵਜੂਦ ਉਹਨਾਂ ਨੇ 2 ਪੈਰਾਂ 2 ਪਹੀਆਂ ਨਾਲ ਅਜਿਹਾ ਕਮਾਲ ਕਰ ਵਿਖਾਇਆ ਕਿ ਦਿੱਲੀ ਦੇ ਤਖਤ ਨੂੰ ਤਰੇਲੀਆਂ ਆ ਗਈਆਂ। ਸਦੀਆਂ ਤੋਂ ਸਥਾਪਿਤ ਸਰਬ ਸਾਧਨ ਸੰਪੰਨ ਰਾਜਕਰਤਾ ਜਮਾਤ ਇਸ ਖਾਲੀ ਹੱਥ ਖਾਲੀ ਪੇਟ ਅਣਥੱਕ ਯੋਧੇ ਦੀ ਗਰਜਨਾ ਤੋਂ ਭੈ ਖਾਣ ਲੱਗ ਪਏ ਸੀ। ਉਹ ਸਮਾਜ ਜੋ ਸਦੀਆਂ ਤੋਂ ਗੁਲਾਮੀ, ਭੁੱਖ ਨੰਗ, ਉਤਪੀੜਨ ਤੋਂ ਸਿਵਾਏ ਕੁਝ ਨਹੀਂ ਸੀ ਜਾਣਦਾ, ਇਸੇ ਸਮਾਜ ਨੂੰ ਕਾਂਚੀ ਰਾਮ ਨੇ ਇਸ ਕਦਰ ਤਿਆਰ ਕੀਤਾ ਕਿ ਜਾਗਰਤੀ ਦੀ ਇੱਕ ਮਿਸਾਲ ਉਸਦੇ ਸੀਨੇ ਵਿੱਚ ਲੱਟ ਲੱਟ ਵਲ ਉੱਠੀ, ਜਿਸ ਦੀ ਰੋਸ਼ਨੀ ਵਿੱਚ ਕਾਂਚੀ ਰਾਮ ਨੂੰ ਆਪਣੀ ਮੰਜ਼ਿਲ ਨਜ਼ਰ ਆਉਣ ਲੱਗੀ। ਤੇ ਫਿਰ ਇਹ ਸਮਾਜ ਬਹੀਰਾਂ ਗੱਤ ਕੇ ਆਪਣੇ ਰਹਿਬਰ ਦੇ ਪਿੱਛੇ ਲੱਗ ਤੁਰਿਆ। ਇਸੇ ਸਮਾਜ ਦੀ ਬਿਹਤਰੀ ਲਈ ਅਣਥੱਕ ਮਿਹਨਤ, ਸੱਚੀ ਲਗਨ, ਦਲੇਰੀ ਤੇ ਸਵੈ ਵਿਸ਼ਵਾਸ ਨਾਲ ਅੱਗੇ ਹੀ ਵਧਦੇ ਜਾਣਾ, ਬਸ ਇਹ ਉਹ ਗੁਣ ਸਨ ਜੋ ਉਸ ਦੀ ਤਾਕਤ ਸਨ ਤੇ ਜਿਸ ਤੋਂ ਵਿਰੋਧੀ ਭੈ ਖਾਂਦੇ ਸਨ। ਸਾਹਿਬ ਸ਼੍ਰੀ ਕਾਂਚੀ ਰਾਮ ਜੀ ਜਿੱਥੇ ਸਿਰੜੀ ਤੇ ਸੰਘਰਸ਼ੀ ਸਨ, ਉੱਥੇ ਹੀ ਨਿਧੜਕ ਬੁਲਾਰੇ। 13 ਅਪ੍ਰੈਲ 1999 ਨੂੰ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ 300 ਸਾਲਾ ਜਨਮ ਦਿਵਸ ਮਨਾਉਣ ਸੰਬੰਧੀ ਵਿਸ਼ੇਸ਼ ਸਮਾਗਮ ਦੌਰਾਨ ਬਸਪਾ ਦੀ ਅਲੱਗ ਸਟੇਜ ਸੀ ਤੇ ਪੰਥਕ ਮੋਰਚੇ ਦੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਅਲੱਗ ਸਟੇਜ ਸੀ। ਬਸਪਾ ਦੀ ਸਟੇਜ ਤੇ ਸਾਹਿਬ ਦੇ ਨਾਲ ਕੁਮਾਰੀ ਮਾਇਆਵਤੀ ਵੀ ਪਹੁੰਚੀ ਹੋਈ ਸੀ। ਮਾਇਆਵਤੀ ਤਾਂ ਬਸਪਾ ਦੀ ਸਟੇਜ ਤੋਂ ਬੋਲ ਕੇ ਵਾਪਸ ਚਲੀ ਗਈ, ਪਰ ਸਾਹਿਬ ਨੂੰ ਪੰਥਕ ਮੋਰਚੇ ਦੀ ਸਟੇਜ ਤੋਂ ਵੀ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਸੀ। ਸਾਹਿਬ ਨੇ ਪੰਥਕ ਮੋਰਚੇ ਦੀ ਸਟੇਜ ਤੋਂ ਮਾਈਕ ਨੂੰ ਹੌਲੀ ਜਿਹੇ ਠੋਲਾ ਮਾਰ ਕੇ ਜਿਉਂ ਹੀ ਕਹਿਣਾ ਸ਼ੁਰੂ ਕੀਤਾ ਕਿ ਮੈਂ ਅੱਜ ਦਿੱਲੀੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ ਮੱਥਾ ਟੇਕਣ ਨਹੀਂ ਆਇਆ, ਸਗੋਂ ਗੁਰੂ ਸਾਹਿਬ ਨੂੰ ਪੰਥ ਦੇ ਠੇਕੇਦਾਰਾਂ ਦੀ ਇਹ ਸ਼ਿਕਾਇਤ ਕਰਨ ਆਇਆ ਹਾਂ ਕਿ ਗੁਰੂ ਸਾਹਿਬ, ਜਿਨ੍ਹਾਂ ਨੂੰ ਤੁਸੀਂ ਪਾਤਸ਼ਾਹੀਆਂ ਦੇ ਨਾਲ ਨਿਵਾਜਣਾ ਚਾਹੁੰਦੇ ਸੀ, ਉਹਨਾਂ ਲੋਕਾਂ ਨੂੰ ਪੰਥ ਦੇ ਠੇਕੇਦਾਰਾਂ ਨੇ ਅੱਜ ਸੀਰੀ ਬਣਾ ਕੇ ਰੱਖਿਆ ਹੋਇਆ ਹੈ। ਇੰਨਾ ਕਹਿਣ ਦੀ ਦੇਰ ਸੀ ਕਿ ਲੱਖਾਂ ਲੋਕਾਂ 'ਚ ਸਨਾਟਾ ਛਾ ਗਿਆ। ਸਾਹਿਬ ਨੇ ਸਟੇਜ ਤੇ ਬੈਠੇ ਪੰਥਕ ਲੀਡਰਸ਼ਿਪ ਵੱਲ ਉਂਗਲ ਕਰਕੇ ਬੋਲਦਿਆਂ ਕਿਹਾ ਕਿ ਮੇਰੇ ਸਾਹਮਣੇ ਜੋ ਬੋਰਡ ਲੱਗਾ ਹੋਇਆ ਹੈ ਤੇ ਉਸ ਤੇ ਲਿਖਿਆ ਹੋਇਆ ਹੈ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨਵੋ, ਪਰ ਪੰਥ ਦੇ ਠੇਕੇਦਾਰ ਇਸ ਨੂੰ ਪੜ੍ਹ ਰਹੇ ਹਨ ਕਿ ਮਾਨਸ ਕੀ ਜਾਤ 6000 ਜਾਤਾਂ ਪਹਿਚਾਨਵੋ। ਇਸ ਮੌਕੇ ਮੰਚ ਤੇ ਪੰਥ ਦੀ ਸਰਮੌਰ ਹਸਤੀ ਸਰਦਾਰ ਗੁਰਚਰਨ ਸਿੰਘ ਟੌੜਾ, ਜਥੇਦਾਰ ਭਾਈ ਰਣਜੀਤ ਸਿੰਘ, ਜਥੇਦਾਰ ਭਾਈ ਮਨਜੀਤ ਸਿੰਘ, ਸੰਤ ਅਜੀਤ ਸਿੰਘ, ਭਾਈ ਜਸਵੀਰ ਸਿੰਘ ਰੋਡੇ ਅਤੇ ਗੁਰਿੰਦਰਪਾਲ ਸਿੰਘ ਧਨੌਲਾ ਵੀ ਹਾਜ਼ਰ ਸਨ। ਸਾਹਿਬ ਸ਼੍ਰੀ ਕਾਂਚੀ ਰਾਮ ਜੀ ਨੇ ਸਨ 2000 ਨੂੰ ਚੰਡੀਗੜ੍ਹ ਵਿਖੇ ਸੀਰੀ ਬਣਨਾ ਬੰਦ ਕਰੋ, ਪਾਤਸ਼ਾਹੀ ਦਾ ਪ੍ਰਬੰਧ ਕਰੋ ਦੇ ਅੰਦੋਲਨ ਤਹਿਤ ਪੂਰੇ 1 ਮਹੀਨੇ ਲਈ ਮਟਕਾ ਚੌਕ 'ਚ ਧਰਨਾ ਦਿੱਤਾ ਸੀ। ਧਰਨਾ ਦੇਣ ਤੋਂ ਪਹਿਲਾਂ ਇੱਕ ਰਾਤ ਨੂੰ ਮਟਕਾ ਚੌਕ ਤੋਂ ਲੈ ਕੇ 15 ਸੈਕਟਰ ਤੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਦੇ 6 ਤਰ੍ਹਾਂ ਦੇ ਵੱਡੇ ਵੱਡੇ ਹੋਰਡਿੰਗ ਬੋਰਡ ਲਾਏ ਸਨ, ਜਿਨ੍ਹਾਂ ਤੇ ਲਿਖਿਆ ਹੋਇਆ ਸੀ, ਇਨ ਗਰੀਬ ਸਿੱਖਨ ਕੋ ਮੈਂ ਦੂੰ ਪਾਤਸ਼ਾਹੀ, ਅਤੇ ਵੋਟ ਦਾ ਨਿਜਵਲ ਬਣਾਵਾਂਗੇ, ਗਰੀਬ ਸਿੱਖਾਂ ਦਾ ਰਾਜ ਲਿਆਵਾਂਗੇ। ਸਾਹਿਬ ਕਾਂਚੀ ਰਾਮ ਅਕਸਰ ਕਿਹਾ ਕਰਦੇ ਸਨ
कि जद बाबा साहब ने सिख लीडर मास्टर तारा सिंह नूं पुछया कि जे असी सिख बन जाइए तां की तुसी साडे नाल रोटी बेटी दी सांझ कायम करोगे, तां तारा सिंह अते होर सिख लीडरां दा जवाब सी ये नहीं हो सकता। सवालां दी चढ़ी लाउंदा होया ਉਹ मुल्क दे हुक्मरानां नूं पुछदा कि दसो राजसी पार्टियां दे किन्ने प्रधान ते किन्ने अहुदेदार दलित हन, ते गिला करदा होया पुछदा कि जे अकाली सरबत दा भला मंगदे हन तां फिर दलितां दे गुरुद्वारे अज भी बखरे क्यों हन? क्यों जट्टां ने हाले भी मेरे समाज दे लोकां नूं परे तक्किया होया है? जट क्यों अपने आप नूं उच्च जाति वाले समझ के दलितां नाल रिश्ते नहीं करदे? इन्हां गल्लां दा अकाली शर्मिंदे होए कोई जवाब नहीं दिंदे ते कांची राम अज भी तमाम सवालों का जवाब उड़ीक रहा। इस उच्चे असमान दे हेठ सच बोलण वाले कांची राम वर्गे महान लोक विरले ही हन। हो सकता है उच्च जातियां दे संग विच यह सच हाले भी अड़िया होया होवे। ਭਾਰਤ ਨੂੰ ਬੁੱਧਮਈ ਭਾਰਤ ਬਣਾਉਣ ਦੇ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਲਈ 14 ਅਕਤੂਬਰ 2006 ਨੂੰ ਬਾਬਾ ਸਾਹਿਬ ਦੇ 50 ਸਾਲਾ ਵਿਸ਼ੇਸ਼ ਸਮਾਗਮ ਤੇ ਬੁੱਧ ਧਰਮ ਗ੍ਰਹਿਣ ਕਰਨ ਲਈ ਘੋਸ਼ਣਾ ਕਰ ਦਿੱਤੀ। ਬਦਕਿਸਮਤੀ ਨਾਲ ਸਾਹਿਬ ਸ਼੍ਰੀ ਕਾਂਚੀ ਰਾਮ ਬਿਮਾਰ ਹੋਣ ਕਰਕੇ ਕੋਮਾ ਵਿੱਚ ਚਲੇ ਗਏ। ਆਖਿਰਕਾਰ ਲੰਬੀ ਤੇ ਲਾ ਇਲਾਜ ਬਿਮਾਰੀ ਨਾਲ ਲੜਦੇ ਹੋਏ 9 ਅਕਤੂਬਰ 2006 ਨੂੰ ਸਾਹਿਬ ਸ਼੍ਰੀ ਕਾਂਚੀ ਰਾਮ ਇੱਕ ਯੁੱਗ ਪੁਰਸ਼ ਕਰੋੜਾਂ ਲੋਕਾਂ ਨੂੰ ਜਗਾ ਕੇ ਆਪ ਸਦਾ ਦੀ ਨੀਂਦ ਸੌਂ ਗਏ। ਸਾਹਿਬ ਸ਼੍ਰੀ ਕਾਂਚੀ ਰਾਮ ਦੀ ਤਪੱਸਿਆ, ਤਿਆਗ ਅਤੇ ਕੁਰਬਾਨੀ ਨੂੰ ਰਹਿੰਦੇ ਸੂਰਜ ਤੱਕ ਯਾਦ ਰੱਖਿਆ ਜਾਵੇਗਾ। ਸਾਹਿਬ ਸ਼੍ਰੀ ਕਾਂਚੀ ਰਾਮ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਉਹਨਾਂ ਬੋਲਾਂ ਨੂੰ ਵੀ ਪੂਰਾ ਕੀਤਾ ਜਿਹੜੇ ਬੋਲ ਬਾਬਾ ਸਾਹਿਬ ਨੇ ਗਾਂਧੀ ਦੇ ਚੇਲਿਆਂ ਨੂੰ ਕਹੇ ਸਨ ਕਿ ਮੈਂ ਇੱਕ ਬੀਜ ਹਾਂ, ਮੈਨੂੰ ਜਿੰਨਾ ਡੂੰਘਾ ਦੱਬੋਗੇ ਮੈਂ ਉਨੀ ਹੀ ਤਾਕਤ ਨਾਲ ਪੁੰਗਰਾਂਗਾ, ਫਿਰ ਮੈਨੂੰ ਰੋਕਣਾ ਕਿਸੇ ਦੇ ਵੱਸ ਵਿੱਚ ਨਹੀਂ ਹੋਵੇਗਾ। ਗਾਂਧੀ ਦੇ ਚੇਲਿਆਂ ਨੇ ਬਾਬਾ ਸਾਹਿਬ ਵਰਗੇ ਬੀਜ ਨੂੰ ਸੱਚਮੁੱਚ ਇੰਨਾ ਦੱਬ ਦਿੱਤਾ ਸੀ ਜਿਸ ਨਾਲ ਸਾਹਿਬ ਕਾਂਚੀ ਰਾਮ ਨੇ ਆਪਣੀ ਲਗਨ, ਤਪੱਸਿਆ, ਕੁਰਬਾਨੀ, ਤਿਆਗ ਅਤੇ ਸੂਝ-ਬੂਝ ਦਾ ਪਾਣੀ ਪਾ ਕੇ ਅੱਜ ਇੱਕ ਵਿਸ਼ਾਲ ਦਰਖਤ ਅੰਬੇਡਕਰਵਾਦ ਬਣਾ ਦਿੱਤਾ, ਜਿਸ ਦੇ ਦੁਨੀਆ ਭਰ ਵਿੱਚ ਫੈਲ ਰਹੇ ਉਹਨਾਂ ਟਾਹਣਿਆਂ ਨੂੰ ਰੋਕਣਾ ਸੱਚਮੁੱਚ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਯੁੱਗ ਪੁਰਸ਼ ਸਾਹਿਬ ਸ਼੍ਰੀ ਕਾਂਚੀ ਰਾਮ ਨੇ ਸੁੱਤੀ ਹੋਈ ਕਾਇਨਾਤ ਨੂੰ ਜਗਾਇਆ ਅਤੇ ਸਤਾ ਪ੍ਰਾਪਤੀ ਦਾ ਸੁਪਨਾ ਦੇ ਕੇ ਆਪ ਸਦਾ ਲਈ ਅਮਰ ਹੋ ਗਏ। ਲੋਕੀ ਆਉਂਦੇ ਹਨ, ਤੁਰ ਜਾਂਦੇ ਹਨ, ਸੰਤ ਮਹਾਤਮਾ ਗੁਰੂ ਭਗਤ ਵੀ ਆਉਂਦੇ ਹਨ ਤੇ ਆਪਣਾ ਰੋਲ ਨਿਭਾ ਕੇ ਚਲੇ ਜਾਂਦੇ ਹਨ, ਪਰ ਜਾਣ ਤੋਂ ਬਾਅਦ ਲੋਕਾਂ ਦੇ ਦਿਲਾਂ ਤੇ ਉਹੀ ਰਾਜ ਕਰਦੇ ਹਨ ਜਿਨ੍ਹਾਂ ਨੇ ਆਪਣਾ ਜੀਵਨ ਆਪਣੇ ਲਈ ਨਹੀਂ ਦੂਜਿਆਂ ਲਈ ਜੀਆ ਹੋਵੇ। ਇਤਿਹਾਸ ਇਨ੍ਹਾਂ ਹੀ ਮਰਜੀਵੜਿਆਂ ਦਾ ਹੁੰਦਾ ਹੈ। ਇਹੀ ਯੁੱਗ ਪੁਰਸ਼ ਹੁੰਦੇ ਹਨ, ਇਹੀ ਲੋਕ ਹਨ ਜੋ ਕਦੇ ਕਦੇ ਪੈਦਾ ਹੁੰਦੇ ਹਨ, ਇਹੀ ਲੋਕ ਹਨ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਬਾਰ-ਬਾਰ ਕਰਦਾ ਹੈ। ਇਹੋ ਅਜਿਹੀਆਂ ਮਹਾਨ ਮਾਨਵਤਾਵਾਦੀ ਉੱਚ ਸ਼ਖਸੀਅਤਾਂ ਨੂੰ ਮਨੁੱਖਤਾਵਾਦੀ ਲੋਕ ਸਦਾ ਮੁਹੱਬਤ ਕਰਦੇ ਰਹਿਣਗੇ, ਮੁਹੱਬਤ ਕਰਦੇ ਰਹਿਣਗੇ। ਜੈ ਕਾਂਚੀ ਰਾਮ, ਜੈ ਕਾਂਚੀ ਰਾਮ।